ਵੈਸਾਖ ਧੀਰਣ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਬਛੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਵੈਸਾਖ ਧੀਰਣ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਬਛੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਸੁਭਾਇਮਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਅੱਜ ਦਾ ਜੋ ਮਹਾਨ ਦਿਹਾੜਾ ਹੈ, ਆਪ ਸਰਬੱਤ ਸੰਗਤਾਂ ਉਸ ਤੋਂ ਜਾਣੂ ਹੋ ਕਿ ਅੱਜ ਜੋ ਪਾਵਨ ਵੈਸਾਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਇਹ ਜੋ ਵੈਸਾਖ ਮਹੀਨਾ ਚੜ੍ਹਿਆ ਹੈ, ਇਹ ਜੋ ਵੈਸਾਖ ਦਾ ਮਹੀਨਾ ਹੈ, ਇਸ ਦਾ ਖਾਲਸੇ ਪੰਥ ਨਾਲ ਬੜਾ ਗੂੜਾ ਸੰਬੰਧ ਹੈ, ਬੜੀ ਗੂੜੀ ਸਾਂਝ ਹੈ ਇਸ ਵੈਸਾਖ ਦੀ, ਇਸ ਵੈਸਾਖ ਮਹੀਨੇ ਦੀ। ਕਿਉਂਕਿ ਜਿਹੜਾ ਵੈਸਾਖ ਦਾ ਮਹੀਨਾ ਹੈ, ਜਾਂ ਕਹਿ ਲਈਏ ਵਿਸਾਖੀ ਦਾ ਦਿਹਾੜਾ ਹੈ ਜਿਹੜਾ, ਇਹ ਆਪਣੇ ਆਪ ਵਿੱਚ ਬੜੀ ਮਹਾਨਤਾ ਰੱਖਦਾ ਹੈ। ਕੁਝ ਕੁ ਇਤਿਹਾਸਿਕ ਪੱਖ ਹਨ ਜਿਹੜੇ ਇਸ ਵੈਸਾਖ ਦੇ ਮਹੀਨੇ ਨਾਲ ਜੁੜੇ ਹੋਏ ਹਨ। ਕੁਝ ਕੁ ਘਟਨਾਵਾਂ ਅਜਿਹੀਆਂ ਹਨ ਜਿਹੜੀਆਂ ਇਸ ਵੈਸਾਖੀ ਵਾਲੇ ਦਿਨ, ਜਾਂ ਕਹਿ ਦਈਏ ਵੈਸਾਖ ਦੇ ਆਰੰਭਤਾ ਵਾਲੇ ਦਿਨ ਹੋਈਆਂ। ਸਭ ਤੋਂ ਮੁੱਢਲੀ ਜਿਹੜੀ ਘਟਨਾ ਹੈ ਜਾਂ ਇਤਿਹਾਸਿਕ ਪੱਖ ਹੈ ਜਿਹੜਾ ਇਸ ਵਿੱਚ ਛੁਪਿਆ ਹੋਇਆ ਹੈ, ਉਹ ਪਹਿਲਾਂ ਇਹ ਉੱਭਰ ਕੇ ਸਾਹਮਣੇ ਆਉਂਦਾ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਇੱਧਰ ਗੁਰਗੱਦੀ ਉੱਪਰ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਤੀਸਰੇ ਪਾਤਸ਼ਾਹ ਬਿਰਾਜਮਾਨ ਹਨ, ਸੰਗਤਾਂ ਬੜੀ ਦੂਰੋਂ ਦੂਰੋਂ ਵਹੀਰਾਂ ਘੱਤ ਕੇ ਆਉਂਦੀਆਂ। ਹਰ ਰੋਜ਼ ਸੰਗਤਾਂ ਦੀ ਭਾਰੀ ਇਕੱਠ ਹੁੰਦਾ, ਗੁਰੂ ਅਮਰਦਾਸ ਪਾਤਸ਼ਾਹ ਜੀ ਪਾਸ ਆਉਂਦੀਆਂ ਉਹਨਾਂ ਦੇ ਦਰਸ਼ਨਾਂ ਵਾਸਤੇ। ਇੱਕ ਦਿਨ ਕੀ ਹੁੰਦਾ ਹੈ, ਬਾਬਾ ਬੁੱਢਾ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗਦੇ ਹਨ ਕਿ ਪਾਤਸ਼ਾਹ ਜੀ, ਕਿਉਂ ਨਾ ਕੋਈ ਅਜਿਹਾ ਇੱਕ ਦਿਨ ਰੱਖ ਦਿੱਤਾ ਜਾਵੇ ਜਿਸ ਦਿਨ ਇਹ ਸਾਰੀਆਂ ਸੰਗਤਾਂ ਹਨ ਜਿਹੜੀਆਂ ਉਹ ਇੱਕੋ ਦਿਨ ਹੀ ਆ ਜਾਇਆ ਕਰਨ। ਵੱਖੋ ਵੱਖੋ ਇਲਾਕਿਆਂ ਵਿੱਚੋਂ ਆਉਂਦੀਆਂ ਹਨ, ਵੱਖਰੇ ਵੱਖਰੇ ਇਲਾਕਿਆਂ 'ਚੋਂ ਲੰਬੇ ਪੈਂਡੇ ਵਹੀਰਾਂ ਘੱਤ ਕੇ ਆਉਂਦੀਆਂ ਹਨ। ਤੇ ਕਿਉਂ ਨਾ ਸੰਗਤਾਂ ਦੇ ਵਾਸਤੇ ਜਿਹੜਾ ਹੈ ਉਹ ਇੱਕ ਦਿਨ ਨਿਸ਼ਚਿਤ ਕਰ ਦਿੱਤਾ ਜਾਵੇ ਕਿ ਇਸ ਦਿਨ ਹੀ ਸੰਗਤਾਂ ਨੇ ਜਿਹੜੀਆਂ ਉਹ ਆ ਸਕਦੀਆਂ ਨੇ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸੰਗਤਾਂ ਵਾਸਤੇ ਜਿਹੜਾ ਹੈ ਉਹ ਇੱਕ ਦਿਨ ਨਿਸ਼ਚਿਤ ਕਰ ਦਿੱਤਾ ਜਾਵੇ, ਜਿਵੇਂ ਕਿ ਕੋਈ ਮੇਲੇ ਦਾ ਆਗਮਨ ਕਰ ਦਿੱਤਾ ਜਾਵੇ। ਤਾਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਧੰਨ ਬਾਬਾ ਬੁੱਢਾ ਸਾਹਿਬ ਤੋਂ ਇਹ ਜਦੋਂ ਸੁਣਿਆ, ਤਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ, ਕਿਉਂਕਿ ਉਦੋਂ ਜਿਹੜਾ ਹੈ ਵੈਸਾਖ ਦਾ ਆਰੰਭਤਾ ਹੋਣ ਵਾਲੀ ਸੀ, ਵੈਸਾਖ ਮਹੀਨਾ ਚੜ੍ਹਨ ਵਾਲਾ ਸੀ, ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੋਚਿਆ ਕਿ ਕਿਉਂ ਨਾ ਇਹ ਜਿਹੜਾ ਵੈਸਾਖ ਦਾ ਮਹੀਨਾ ਆ ਰਿਹਾ ਹੈ, ਜਿਸ ਦੀ ਆਰੰਭਤਾ ਹੋਣ ਜਾ ਰਹੀ ਹੈ, ਇਸ ਦਿਨ ਨੂੰ ਹੀ ਨਿਸ਼ਚਿਤ ਕਰ ਦਿੱਤਾ ਜਾਵੇ। ਤਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਕਹਿ ਦਿੱਤਾ ਕਿ ਜਿਹੜਾ ਵੈਸਾਖ ਦਾ ਮਹੀਨਾ ਆ ਰਿਹਾ ਹੈ, ਇਸ ਦੀ ਆਰੰਭਤਾ ਵਾਲੇ ਦਿਨ ਹੀ ਵਿਸਾਖੀ ਦਾ ਮੇਲਾ ਹੈ ਉਹ ਜਿਹੜਾ ਲੱਗਿਆ ਕਰੇਗਾ। ਉਸ ਦਿਨ ਤੋਂ ਹੀ ਜਿਹੜਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕਹਿਣ ਤੇ ਵਿਸਾਖੀ ਦਾ ਮੇਲੇ ਦੀ ਆਰੰਭਤਾ ਹੋ ਗਈ। ਤੇ ਸੰਗਤਾਂ ਸੀ ਜਿਹੜੀਆਂ ਹਰ ਰੋਜ਼ ਆਉਂਦੀਆਂ ਸਨ ਦੂਰੋਂ ਦੂਰੋਂ ਚੱਲ ਕਰਕੇ। ਦੂਰ ਦੀਆਂ ਸੰਗਤਾਂ ਨੇ ਜਿਹੜਾ ਹੈ ਵਿਸਾਖ ਦੇ ਮਹੀਨੇ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ, ਵੈਸਾਖੀ ਵਾਲੇ ਦਿਨ ਆਉਣਾ ਸ਼ੁਰੂ ਕਰ ਦਿੱਤਾ, ਮੇਲੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ।
ਇਸ ਤਰ੍ਹਾਂ ਵਿਸਾਖ ਮਹੀਨੇ ਨੂੰ ਜਿਹੜਾ ਵਿਸਾਖੀ ਦਾ ਨਾਂ ਦੇ ਦਿੱਤਾ ਤੇ ਸੰਗਤਾਂ ਜਿਹੜਾ ਮੇਲੇ ਦੇ ਰੂਪ ਵਿੱਚ ਆ ਕਰਕੇ ਗੁਰੂ ਪਾਤਸ਼ਾਹ ਨੂੰ ਦਰਸ਼ਨ ਕਰਦੀਆਂ, ਗੁਰੂ ਪਾਤਸ਼ਾਹ ਨੂੰ ਆਪਣੀਆਂ ਭੇਟਾਵਾਂ ਅਰਪਿਤ ਕਰਦੀਆਂ। ਇਸੇ ਤਰ੍ਹਾਂ ਹੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਜਿਹੜਾ ਰਾਮਸਰ ਸਰੋਵਰ ਸੀ ਉਹਨੂੰ ਖੁਦਾਈ ਉਹਦੀ ਸ਼ੁਰੂ ਕੀਤੀ ਤੇ ਜਦੋਂ ਉਸ ਰਾਮਸਰ ਸਰੋਵਰ ਦੀ ਖੁਦਾਈ ਕੀਤੀ ਤੇ ਉਧਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਹੜਾ ਸਮਾਂ ਸੀ ਸੱਚਖੰਡ ਜਾਣ ਦਾ ਉਹ ਵੀ ਬੜਾ ਨਜ਼ਦੀਕ ਆ ਰਿਹਾ ਸੀ। ਕੀ ਹੁੰਦਾ ਹੈ ਕਿ ਜਦੋਂ ਰਾਮਸਰ ਸਰੋਵਰ ਦੀ ਜਿਹੜੀ ਖੁਦਾਈ ਹਜੇ ਚੱਲ ਹੀ ਰਹੀ ਹੁੰਦੀ ਹੈ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜਾ ਸੱਚਖੰਡ ਪਿਆਨਾ ਕਰ ਜਾਂਦੇ ਹਨ, ਜੋਤੀ ਜੋਤ ਸਮਾ ਜਾਂਦੇ ਹਨ ਤੇ ਉਹ ਜਿਹੜਾ ਰਾਮਸਰ ਸਰੋਵਰ ਹਜੇ ਬਣ ਰਿਹਾ ਸੀ ਉਹ ਵਿੱਚ ਹੀ ਰਹਿ ਜਾਂਦਾ ਹੈ। ਜਿਸ ਦੀ ਖੁਦਾਈ ਚੱਲ ਰਹੀ ਸੀ ਉਹ ਵਿੱਚ ਹੀ ਰਹਿ ਜਾਂਦੀ ਹੈ ਤੇ ਉਸ ਸਮੇਂ ਕੀ ਹੁੰਦਾ ਹੈ ਕਿ ਬੜਾ ਮੌਸਮ ਹੈ ਜਿਹੜਾ ਖਰਾਬ ਹੋ ਜਾਂਦਾ ਹੈ, ਬੜਾ ਭਾਰੀ ਵੀ ਪੈਂਦਾ ਹੈ ਤੇ ਉਹ ਜਿਹੜਾ ਸਰੋਵਰ ਦੀ ਖੁਦਾਈ ਕੀਤੀ ਹੋਈ ਸੀ ਨੀਵਾਂ ਹੋਣ ਕਰਕੇ ਉੱਥੇ ਬਾਰਿਸ਼ ਦਾ ਪਾਣੀ, ਮੀਂਹ ਦਾ ਪਾਣੀ ਜਿਹੜਾ ਖੜ ਗਿਆ। ਕੁਝ ਸਮੇਂ ਬਾਅਦ ਜਦੋਂ ਆਪ ਸਭ ਨੇ ਜਿਹੜਾ ਹੈ ਬੀਬੀ ਰਜਨੀ ਦੀ ਜਿਹੜੀ ਕਥਾ ਵਾਰਤਾ ਹੈ ਸਰਵਣ ਕੀਤੀ ਹੋਏਗੀ ਕਿ ਕਿਸ ਤਰ੍ਹਾਂ ਉਸਦਾ ਜਿਹੜਾ ਪਤੀ ਸੀ ਜਿਸ ਨੂੰ ਰੋਗ ਲੱਗਿਆ ਹੋਇਆ ਸੀ ਤੇ ਜਦੋਂ ਉਹ ਜਿਹੜਾ ਹੈ ਬੀਬੀ ਰਜਨੀ ਆਪਣੇ ਪਤੀ ਨੂੰ ਟੋਕਰੀ ਵਿੱਚ ਚੱਕ ਕਰਕੇ ਜਿਹੜਾ ਹੈ ਉਸ ਬੇਰ ਸਾਹਿਬ ਦੇ ਥੱਲੇ ਲਿਜਾ ਕਰਕੇ ਰੱਖ ਦਿੰਦੀ ਹੈ ਟੋਕਰੀ ਸਮੇਤ ਆਪਣੇ ਪਤੀ ਨੂੰ ਤੇ ਜਾਂਦੀ ਹੈ ਪਿੰਡ ਵਿੱਚ ਪ੍ਰਸ਼ਾਦਾ ਪਾਣੀ ਮੰਗਣ ਵਾਸਤੇ। ਤੇ ਜਿਹੜਾ ਉਹਦਾ ਪਤੀ ਹੈ ਉਹ ਜਿਹੜਾ ਰਾਮਸਰ ਸਰੋਵਰ ਦੀ ਖੁਦਾਈ ਹੋਈ ਸੀ, ਬਾਰਿਸ਼ ਦਾ ਪਾਣੀ ਉਸ ਵਿੱਚ ਰੁਕਿਆ ਹੋਇਆ ਸੀ ਤੇ ਉੱਥੇ ਜਾ ਕਰਕੇ ਉਹ ਰੜਦਾ ਵੇਖਦਾ ਹੈ ਤੇ ਕੀ ਵੇਖਦਾ ਹੈ ਕਿ ਜਿਹੜੇ ਕਾਂ ਹਨ ਇਸ ਸਰੋਵਰ ਵਿੱਚੋਂ ਨਿਕਲ ਕੇ ਹੰਸ ਬਾਹਰ ਨਿਕਲਦੇ ਹਨ। ਕਾਂ ਅੰਦਰ ਜਾਂਦੇ ਹਨ ਤੇ ਬਾਹਰ ਹੰਸ ਬਣ ਕੇ ਨਿਕਲਦੇ ਹਨ। ਇਹ ਜਦੋਂ ਕੌਤਕ ਉਹ ਬੀਬੀ ਰਜਨੀ ਦਾ ਪਤੀ ਹੈ ਜਿਹੜਾ ਵੇਖਣਾ ਕਰਦਾ ਹੈ ਤੇ ਉਹਨੂੰ ਵੀ ਹੁੰਦਾ ਹੈ ਕਿ ਜੇਕਰ ਇਹ ਕਾਂ ਹੰਸ ਬਣ ਕੇ ਨਿਕਲ ਸਕਦੇ ਹਨ ਤੇ ਮੇਰਾ ਰੋਗ ਹੈ ਜਿਹੜਾ ਉਹ ਵੀ ਠੀਕ ਹੋ ਸਕਦਾ ਹੈ। ਜਿਹੜਾ ਮੇਰੀ ਚਮੜੀ ਦਾ ਰੋਗ ਹੈ ਇਹ ਕਿਉਂ ਨਾ ਠੀਕ ਹੋਵੇਗਾ। ਉਹ ਰਿੜਦਾ ਹੋਇਆ ਉੱਥੇ ਚਲਾ ਜਾਂਦਾ ਹੈ, ਉਹਦਾ ਜਿਹੜਾ ਸਰੀਰ ਹੈ ਬਿਲਕੁਲ ਸਵਸਥ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਤੇ ਇਹ ਜਦੋਂ ਘਟਨਾ ਗੁਰੂ ਅਰਜਨ ਦੇਵ ਪਾਤਸ਼ਾਹ ਪਾਸ ਪਹੁੰਚਦੀ ਹੈ ਤਾਂ ਉਸ ਦਿਨ ਜਦੋਂ ਇਹ ਘਟਨਾ ਵਾਪਰੀ ਉਸ ਰਾਮਸਰ ਸਰੋਵਰ ਦਾ ਪ੍ਰਗਟ ਹੋਣਾ, ਬੜੇ ਲੰਬੇ ਸਮੇਂ ਬਾਅਦ ਇਹ ਪਤਾ ਲੱਗਣਾ ਕਿ ਇਹ ਰਾਮਸਰ ਸਰੋਵਰ ਹੈ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਖੁਦਾਈ ਕਰਵਾਉਣੀ ਸ਼ੁਰੂ ਕੀਤੀ ਸੀ। ਬੜਾ ਲੰਬਾ ਅਰਸਾ ਬੀਤਣ ਤੋਂ ਬਾਅਦ ਜਿਹੜਾ ਹੈ ਉਹ ਸਰੋਵਰ ਪ੍ਰਗਟ ਹੋਇਆ। ਉਸ ਦਿਨ ਵੀ ਸਾਧ ਸੰਗਤ ਜੀ ਵਿਸਾਖੀ ਵਾਲਾ ਦਿਨ ਸੀ। ਪਹਿਲੀ ਘਟਨਾ ਗੁਰੂ ਅਮਰਦਾਸ ਪਾਤਸ਼ਾਹ ਦਾ ਵਿਸਾਖ ਮਹੀਨੇ ਨੂੰ ਵਿਸਾਖੀ ਦੇ ਮੇਲੇ ਵਿੱਚ ਬਦਲ ਦੇਣਾ ਤੇ ਸੰਗਤਾਂ ਵਾਸਤੇ ਇੱਕ ਦਿਨ ਨਿਸ਼ਚਿਤ ਕਰ ਦੇਣਾ। ਤੇ ਇੱਧਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਜਿਹੜਾ ਹੈ ਸਰੋਵਰ ਦੀ ਖੁਦਾਈ ਕਰਵਾਉਣੀ ਉਹ ਵਿੱਚੇ ਰਹਿ ਜਾਣੀ ਤੇ ਬੜੇ ਲੰਬੇ ਸਮੇਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਮੇਂ ਆ ਕਰਕੇ ਉਹ ਜਿਹੜਾ ਸਰੋਵਰ ਹੈ ਉਹ ਪ੍ਰਗਟ ਹੋ ਜਾਣਾ, ਉਹ ਵੀ ਵਿਸਾਖੀ ਵਾਲੇ ਦਿਨ ਹੀ ਹੋਇਆ। ਤੇ ਉਸ ਤੋਂ ਬਾਅਦ ਜਿਹੜਾ ਹੈ 13 ਅਪ੍ਰੈਲ ਨੂੰ ਜਿਹੜਾ ਹੈ ਫਿਰ ਜਲਿਆਂਵਾਲੇ ਬਾਗ ਵਿੱਚੋਂ ਸਾਕਾ ਹੁੰਦਾ ਹੈ। ਉਹ ਵੀ ਆਪ ਸਭ ਜਾਣਦੇ ਹੋ ਕਿ ਵਿਸਾਖੀ ਦੇ ਦਿਨ ਹੀ ਜਿਹੜਾ ਹੁੰਦਾ ਹੈ ਕਿ ਜੋ ਵਿਸਾਖੀ ਦੇ ਦਿਨ ਬੜੀ ਭਾਰੀ ਗਿਣਤੀ ਵਿੱਚ ਜਲਿਆਂਵਾਲੇ ਬਾਗ ਦੇ ਅੰਦਰ ਜੋ ਗੋਲੀ ਕਾਂਡ ਹੋਇਆ ਉਸ ਦੇ ਵਿੱਚ ਕਿੰਨੇ ਹੀ ਬੇਗੁਨਾਹ ਸਿੱਖ ਤੇ ਹੋਰ ਵੀ ਕਿੰਨੇ ਸ਼ਹੀਦ ਹੋਏ, ਕਿੰਨਿਆਂ ਨੇ ਆਪਣੀਆਂ ਜਾਨਾਂ ਗਵਾਈਆਂ। ਇਹ ਵੀ ਇੱਕ ਵਿਸਾਖੀ ਦਾ ਹੀ ਦਿਨ ਸੀ। ਉਸ ਤੋਂ ਬਾਅਦ ਸਭ ਤੋਂ ਵੱਡਾ ਤੇ ਮਹੱਤਵਪੂਰਨ ਜਿਹੜਾ ਕਾਰਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਪੰਥ ਨੂੰ ਸਾਜਣਾ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ ਤਾਂ ਉਸ ਸਮੇਂ ਉਹਨਾਂ ਨੇ ਸੰਗਤਾਂ ਦਾ ਭਾਰੀ ਇਕੱਠ ਉੱਥੇ ਭਾਰੀ ਗਿਣਤੀ ਵਿੱਚ ਸੰਗਤਾਂ ਦੀ ਉੱਥੇ ਇਕੱਠ ਕੀਤਾ ਤੇ ਉੱਥੇ ਜਾ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ 5 ਸਿਰਾਂ ਦਾ ਮੰਗ ਕੀਤੀ ਤੇ ਉਹਨਾਂ 5 ਸਿੰਘਾਂ ਨੂੰ ਜਿਹੜਾ ਹੈ ਫਿਰ ਅੰਮ੍ਰਿਤ ਛਕਾ ਕਰਕੇ ਸਿੰਘ ਸਜਾਇਆ। ਅੰਮ੍ਰਿਤ ਛਕਾ ਕਰਕੇ ਉਹਨਾਂ ਨੂੰ ਜਿਹੜਾ ਹੈ ਇੱਕ ਨਵਾਂ ਰੂਪ ਦਿੱਤਾ ਤੇ ਫਿਰ ਉਹਨਾਂ 5 ਤੋਂ ਜਿਹੜਾ ਹੈ ਆਪ ਅੰਮ੍ਰਿਤ ਛਕਿਆ। ਉਸ ਦਿਨ ਵੀ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਦਿਨ ਚੁਣਿਆ ਸੀ
ਜਿਹੜਾ ਦਿਨ ਨਿਸ਼ਚਿਤ ਕੀਤਾ ਸੀ ਕਿ ਹਾਂ ਇਸ ਦਿਨ ਹੀ ਖਾਲਸਾ ਪੰਥ ਹੈ ਜਿਹੜਾ ਸਾਜਿਆ ਜਾਣਾ ਹੈ, ਉਹ ਵੀ ਦਿਨ ਸੀ ਜਿਹੜਾ ਖਾਲਸਾ ਜੀ, ਉਹ ਦਿਨ ਸੀ ਵਿਸਾਖੀ ਵਾਲਾ ਦਿਨ। ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਵਾਲਾ ਦਿਨ ਹੀ ਚੁਣਿਆ, ਵੈਸਾਖ ਦਾ ਦਿਨ ਹੀ ਚੁਣਿਆ। ਇੱਕ ਵੈਸਾਖ ਸੀ ਉਸ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਸੀ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਧਰ ਮਾਲਵੇ ਦੇ ਇਲਾਕੇ ਵਿੱਚ ਆਉਂਦੇ ਹਨ, ਤਲਵੰਡੀ ਸਾਬੋ ਵਿਖੇ ਪਹੁੰਚਦੇ ਹਨ, ਤਾਂ ਇੱਥੇ ਆ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਹੈ ਜਿਹੜੀ ਤਿਆਰ ਕੀਤੀ ਜਾਂਦੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਉਸ ਵਿੱਚ ਦਰਜ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੈ ਜਿਹੜਾ ਸਿੰਘਾਂ ਨੂੰ ਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥਾਂ ਸਹਿਤ ਜਿਹੜੀ ਹੈ ਸੰਥਿਆ ਦਿੱਤੀ ਜਾਂਦੀ ਹੈ। ਸੰਥਿਆ ਦੇਣ ਤੋਂ ਬਾਅਦ ਜਿਸ ਦਿਨ ਸੰਪੂਰਨਤਾ ਹੋਈ, ਉਸ ਦਿਨ ਵੀ ਸਾਧ ਸੰਗਤ ਜੀ ਵਿਸਾਖੀ ਵਾਲਾ ਦਿਨ ਹੀ ਸੀ। ਆਪ ਸਰਬੱਤ ਸੰਗਤਾਂ ਨਾਲ ਮੈਂ ਪਹਿਲਾਂ ਹੀ ਸਾਂਝ ਪਾ ਰੱਖੀ ਹੈ ਕਿ ਵੈਸਾਖ ਦਾ ਜਿਹੜਾ ਆਪਣੇ ਆਪ ਵਿੱਚ ਬੜਾ ਮਹੱਤਵ ਹੈ। ਵੈਸਾਖੀ ਮਹੀਨਾ ਹੈ, ਵੈਸਾਖ ਮਹੀਨਾ ਹੈ ਜਿਹੜਾ ਖਾਲਸੇ ਪੰਥ ਵਿੱਚ ਇਸ ਦੀ ਬੜੀ ਮਹੱਤਤਾ ਹੈ। ਬੜਾ ਮਹੱਤਵਪੂਰਨ ਹਿੱਸਾ ਜਿਹੜਾ ਇਹ ਵੈਸਾਖ ਮਹੀਨਾ ਖਾਲਸੇ ਪੰਥ ਦੇ ਜੀਵਨ ਵਿੱਚ, ਸਿੱਖ ਦੇ ਜੀਵਨ ਵਿੱਚ ਬੜਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਸੋ ਆਪ ਸਰਬੱਤ ਸੰਗਤਾਂ ਨੇ ਜੋ ਹੁਣੇ ਪੰਕਤੀਆਂ ਸ਼ਰਵਣ ਕੀਤੀਆਂ, ਵੈਸਾਖ ਧੀਰਣ ਕੋ ਵਾਢੀਆ ਜਿਨ੍ਹਾਂ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ। ਇਹ ਜੋ ਪਾਵਨ ਸ਼ਬਦ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਸ਼ਬਦ ਹੈ। ਇਸ ਵੈਸਾਖ ਮਹੀਨੇ ਦਾ ਜੋ ਉਪਦੇਸ਼ 12ਵਾਂ ਮਾਝ ਬਾਣੀ ਵਿੱਚ ਪਾਤਸ਼ਾਹ ਜੀ ਦੇ ਰਹੇ ਹਨ ਕਿ ਵੈਸਾਖ ਮਹੀਨੇ ਵਿੱਚ ਕਿਸ ਤਰ੍ਹਾਂ ਉਸ ਪਰਮੇਸ਼ਰ ਨੂੰ ਆਰਾਧਨਾ ਚਾਹੀਦਾ ਹੈ, ਕਿਸ ਤਰ੍ਹਾਂ ਉਸ ਪਰਮੇਸ਼ਰ ਦੇ ਨਾਮ ਵਿੱਚ ਡੁੱਬੇ ਰਹਿਣਾ ਚਾਹੀਦਾ ਹੈ, ਤੇ ਉਸ ਤੋਂ ਦੂਰ ਹੋਣ ਨਾਲ ਕੀ ਨੁਕਸਾਨ ਹਨ, ਕੀ ਕੁਝ ਸਹਿਣਾ ਪੈਂਦਾ ਹੈ, ਉਹਦੀ ਜਿਹੜੀ ਵੇਦਨਾ ਹੈ ਉਹ ਕੀ ਬਣਦੀ ਹੈ। ਇਸ ਪਾਵਨ ਸ਼ਬਦ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ। ਆਪ ਸਰਬੱਤ ਸੰਗਤਾਂ ਨਾਲ ਇਸ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ। ਪਾਤਸ਼ਾਹ ਜੀ ਆਪ ਵਿੱਚ ਵਰਤ ਕਰਕੇ ਇਸ ਪਾਵਨ ਸ਼ਬਦ ਦੀ ਸਾਂਝ ਆਪ ਸਰਬੱਤ ਸੰਗਤਾਂ ਨਾਲ ਪਵਾ ਲੈਣ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਕੋਈ ਰਸਨਾ ਵਾਂਝੀ ਨ ਰਵੇ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸਾਖ ਧੀਰਣ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਛੋ। ਸਾਹਿਬ ਜੀ ਇਸ ਵੈਸਾਖ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਇੱਕ ਪਤਨੀ ਹੈ ਜਿਹੜੀ ਆਪਣੇ ਪਤੀ ਤੋਂ ਵਿਛੜਦੀ ਹੈ ਤੇ ਉਹ ਇਸਤਰੀ ਨੂੰ ਧੀਰਜ ਨਹੀਂ ਆਉਂਦਾ, ਕਿਉਂਕਿ ਉਹ ਜਿਹੜੀ ਇਸਤਰੀ ਹੈ ਆਪਣੇ ਪਤੀ ਤੋਂ ਵਿਛੜੀ ਹੋਈ ਹੈ, ਉਸ ਦੀ ਅੰਦਰ ਦੀ ਜਿਹੜੀ ਵੇਦਨਾ ਹੈ ਉਹ ਉਹੀ ਜਾਣਦੀ ਹੈ, ਉਹ ਕਿਸੇ ਨੂੰ ਬਿਆਨ ਨਹੀਂ ਕਰ ਸਕਦੀ। ਤੇ ਉਹ ਜਿਹੜੀ ਇਸਤਰੀ ਵਿਛੜੀ ਹੋਈ ਹੈ ਉਹਨੂੰ ਧੀਰਜ ਨਹੀਂ ਆਉਂਦਾ, ਪ੍ਰਵਾਸ ਨਹੀਂ ਆਉਂਦਾ। ਉਹ ਹਰ ਪਲ ਇਹੀ ਸੋਚਦੀ ਹੈ ਕਿਹੜਾ ਸਮਾਂ ਆਵੇ ਕਿ ਮੈਂ ਆਪਣੇ ਪਤੀ ਪਰਮੇਸ਼ਰ ਨੂੰ ਜਿਹੜਾ ਹੈ ਉਹ ਪ੍ਰਾਪਤ ਕਰਾਂ, ਉਹਦਾ ਦੀਦਾਰ ਕਰਾਂ, ਉਹਦੇ ਦਰਸ਼ਨ ਕਰਾਂ। ਤੇ ਪਾਤਸ਼ਾਹ ਜੀ ਇਹੀ ਸਮਝਾ ਰਹੇ ਹਨ ਕਿ ਇਸੇ ਤਰ੍ਹਾਂ ਹੀ ਜਿਹੜਾ ਮਨੁੱਖਾ ਸਰੀਰ ਹੈ, ਮਨੁੱਖਾ ਸਰੀਰ ਰੂਪੀ ਵੈਸਾਖ ਦੇ ਮਹੀਨੇ ਵਿੱਚ ਉਹ ਜਿਹੜੀ ਵਿਛੜੀ ਹੋਈ ਜਗਿਆਸੂ ਰੂਪੀ ਇਸਤਰੀ ਹੈ ਉਹ ਧੀਰਜ ਨਹੀਂ ਪਾ ਰਹੀ। ਵੈਸਾਖ ਧੀਰਣ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਛੋ। ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਜਿਹੜੀਆਂ ਜੀਵ ਰੂਪੀ ਇਸਤਰੀਆਂ ਉਸ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਹਨ ਉਹ ਕਿਵੇਂ ਧੀਰਜ ਪਾ ਸਕਦੀਆਂ ਹਨ, ਕਿਵੇਂ ਉਹਨਾਂ ਨੂੰ ਧਰਵਾਸ ਆ ਸਕਦਾ ਹੈ, ਕਿਵੇਂ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਖਤਮ ਹੋ ਸਕਦੀ ਹੈ? ਨਹੀਂ ਹੋ ਸਕਦੀ, ਕਿਉਂਕਿ ਜੋ ਮੂਲ ਆਧਾਰ ਹੈ ਉਸ ਤੋਂ ਹੀ ਉਹ ਟੁੱਟੀਆਂ ਹੋਈਆਂ ਹਨ। ਜਿਵੇਂ ਕਹਿ ਦਈਏ ਕਿ ਜਿਹੜਾ ਇੱਕ ਦਰਖਤ ਹੁੰਦਾ ਹੈ,
ਜੇਕਰ ਉਹ ਆਪਣੀਆਂ ਜੜ੍ਹਾਂ ਤੋਂ ਵੱਖ ਹੋ ਜਾਵੇ ਤੇ ਉਹ ਸੁੱਕ ਕੁਮਲਾ ਜਾਂਦਾ ਹੈ, ਉਸ ਦਾ ਕੋਈ ਵਜੂਦ ਹੀ ਨਹੀਂ ਰਹਿ ਜਾਂਦਾ। ਕਿਉਂਕਿ ਜਿਹੜਾ ਦਰਖਤ ਹੈ ਉਹ ਜੜ੍ਹਾਂ ਤੋਂ ਦੂਰ ਹੋ ਚੁੱਕਿਆ ਹੈ। ਜੜ੍ਹਾਂ ਨਾਲ ਹੀ ਉਸ ਨੂੰ ਜਿਹੜਾ ਹੈ ਜੀਵਤ ਰਹਿਣ ਵਾਸਤੇ ਪਾਣੀ ਮਿਲਦਾ ਸੀ। ਜੋ ਵੀ ਦਰਖਤ ਹਨ ਜਿਹੜੇ ਆਪਣਾ ਜਿਹੜਾ ਆਧਾਰ ਹੈ ਉਹ ਜੜ੍ਹਾਂ ਦੇ ਸਹਾਰੇ ਇਸ ਸੰਸਾਰ ਵਿੱਚ ਜਿਉਂਦੇ ਹਨ। ਜੜ੍ਹਾਂ ਹੀ ਮੂਲ ਆਧਾਰ ਹਨ ਦਰਖਤ ਦੀਆਂ, ਤੇ ਜੇਕਰ ਜੜ੍ਹਾਂ ਹੀ ਕੱਟ ਦਿੱਤੀਆਂ ਜਾਣ ਤੇ ਜਿਹੜਾ ਦਰਖਤ ਹੈ ਸੁੱਕ ਜਾਂਦਾ ਹੈ, ਕੁਮਲਾ ਜਾਂਦਾ ਹੈ, ਉਹਦਾ ਜਿਹੜਾ ਜੀਵਨ ਹੀ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜੀ ਜੀਵ ਰੂਪ ਇਸਤਰੀ ਹੈ ਉਸ ਪਰਮੇਸ਼ਰ ਤੋਂ ਵਿਛੜ ਕਰਕੇ ਜਿਹੜਾ ਧੀਰਜ ਨਹੀਂ ਪਾ ਸਕਦੀ, ਉਹਨੂੰ ਕੋਈ ਧਰਵਾਸ ਨਹੀਂ ਹੈ, ਉਹਦੀ ਜਿਹੜੀ ਅੰਦਰ ਦੀ ਤ੍ਰਿਸ਼ਨਾ ਹੈ ਉਹ ਖਤਮ ਹੀ ਨਹੀਂ ਹੋ ਸਕਦੀ, ਕਿਉਂਕਿ ਉਹ ਜਿਹੜਾ ਮੂਲ ਆਧਾਰ ਪਰਮੇਸ਼ਰ ਹੈ ਉਸ ਤੋਂ ਹੀ ਵਿਛੜੀ ਹੋਈ ਹੈ। ਚਾਹੇ ਹੋਰ ਜਿੰਨੀਆਂ ਵੀ ਚੀਜ਼ਾਂ ਸੰਸਾਰ ਵਿੱਚ ਮਿਲ ਜਾਣ ਉਸ ਨੂੰ, ਪਰ ਜਿਹੜਾ ਧਰਵਾਸ ਹੈ, ਜਿਹੜੀ ਤ੍ਰਿਪਤੀ ਹੈ, ਉਸ ਨੂੰ ਉਸੇ ਨਾਮ ਨਾਲ ਹੀ ਆਉਣੀ ਹੈ, ਉਸ ਪਰਮੇਸ਼ਰ ਦੇ, ਉਸ ਪਤੀ ਪਰਮੇਸ਼ਰ ਦੇ ਦੀਦਾਰ ਨਾਲ ਹੀ ਹੋਣੀ ਹੈ। ਜਿਹੜੀ ਅੰਦਰ ਦੀ ਧੀਰਜ ਹੈ, ਜਿਹੜਾ ਅੰਦਰ ਦੀ ਤ੍ਰਿਸ਼ਨਾ ਹੈ, ਜਿਹੜੀ ਉਹ ਖਤਮ ਤਾਂ ਹੋਣੀ ਹੈ ਜੇਕਰ ਉਹ ਪਰਮੇਸ਼ਰ ਉਸ ਨੂੰ ਪ੍ਰਾਪਤ ਹੋ ਜਾਵੇ। ਵੈਸਾਖ ਧੀਰਣ ਕਿਉ ਵਾਢੀਆ ਜਿੰਨਾ ਪ੍ਰੇਮ ਵਿਛੋ। ਪਾਤਸ਼ਾਹ ਜੀ ਕਹਿ ਰਹੇ ਹਨ ਕਿ ਜਿਹੜੀਆਂ ਉਸ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਜਗਿਆਸੂ ਰੂਪੀ ਇਸਤਰੀਆਂ ਹਨ, ਉਹਨਾਂ ਨੂੰ ਜਿਹੜਾ ਧੀਰਜ ਨਹੀਂ ਆਉਂਦੀ ਤੇ ਉਹ ਆਪਣੇ ਪਿਆਰੇ ਪਰਮੇਸ਼ਰ ਤੋਂ ਬਿਨਾਂ ਇਉਂ ਜਾਣੋ ਜਿਵੇਂ ਜੇ ਸੋ ਚੰਗਾ ਉਗਵਹਿ, ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿੜ ਘੋਰ ਅੰਧਾਰ। ਕਹਿੰਦੇ ਜਿਵੇਂ ਲੱਖਾਂ ਹੀ ਜਿਹੜੇ ਚੰਦਰਮਾ ਚੜ੍ਹੇ ਹੋਣ, ਲੱਖਾਂ ਹੀ ਸੂਰਜ ਚੜ੍ਹ ਜਾਣ, ਪਰ ਗੁਰੂ ਤੋਂ ਬਿਨਾਂ ਫਿਰ ਵੀ ਜੀਵਨ ਦੇ ਵਿੱਚ ਹਨੇਰਾ ਹੀ ਹੋਵੇ, ਅੰਧਕਾਰ ਹੋਵੇ, ਫਿਰ ਪਤਾ ਲੱਗਦਾ ਹੈ ਕਿ ਗੁਰੂ ਦੀ ਕਿੰਨੀ ਮਹਾਨਤਾ ਹੈ। ਲੱਖਾਂ ਚੰਦਰਮਾ ਚੜ੍ਹੇ ਹੋਣ, ਲੱਖਾਂ ਸੂਰਜ ਚੜ੍ਹੇ ਹੋਣ, ਲੱਖਾਂ ਹੀ ਦੀਵੇ ਬਲਦੇ ਹੋਣ, ਪਰ ਸਾਡੇ ਅੰਦਰ ਹਜੇ ਵੀ ਹਨੇਰਾ ਹੋਵੇ, ਫਿਰ ਜਾ ਕਰਕੇ ਸਮਝ ਜਾਣਾ ਚਾਹੀਦਾ ਹੈ ਕਿ ਹਜੇ ਇਹ ਜਿਹੜਾ ਹਨੇਰਾ ਹੈ, ਅੰਧਕਾਰ ਹੈ, ਗੁਰੂ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਪਾਤਸ਼ਾਹ ਸਮਝਾ ਰਹੇ ਹਨ ਕਿ ਇਹ ਜਿਹੜੀ ਜਗਿਆਸੂ ਰੂਪ ਇਸਤਰੀ ਹੈ, ਇਸ ਨੂੰ ਤਾਂ ਧੀਰਜ ਨਹੀਂ ਆ ਰਿਹਾ ਕਿਉਂਕਿ ਉਸ ਪਰਮੇਸ਼ਰ ਤੋਂ ਵਿਛੜੀ ਹੋਈ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ। ਹਰੀ ਪਰਮੇਸ਼ਰ ਨੂੰ ਉਸ ਜੀਵ ਰੂਪ ਇਸਤਰੀ ਨੇ ਜਿਹੜਾ ਹੈ ਵਿਸਾਰ ਦਿੱਤਾ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ। ਉਸ ਜਗਿਆਸੂ ਰੂਪ ਇਸਤਰੀ ਨੇ ਜਿਹੜਾ ਹੈ ਉਸ ਹਰੀ ਪਰਮੇਸ਼ਰ ਨੂੰ, ਉਸ ਅਕਾਲ ਪੁਰਖ ਪਰਮਾਤਮਾ ਨੂੰ ਜਿਹੜਾ ਆਪਣੇ ਹਿਰਦੇ ਵਿੱਚੋਂ ਵਿਸਾਰ ਦਿੱਤਾ ਹੈ। ਤੇ ਜਿਹੜੇ ਸੰਸਾਰ ਦੇ ਮਾਇਕ ਪਦਾਰਥ ਹਨ, ਮੋਹ ਹੈ ਜਿਹੜਾ, ਇਹ ਜਿਹੜੀ ਮਾਇਆ ਹੈ ਉਸ ਵਿੱਚ ਹੀ ਗਲਤਾਨ ਹੋ ਕਰਕੇ ਰਹਿ ਗਈ ਹੈ। ਕਿਉਂਕਿ ਸਾਧ ਸੰਗਤ ਜੀ, ਜਿਹੜੀ ਮਾਇਆ ਹੈ ਉਹ ਬੜੀ ਕਹਿ ਦਈਏ ਕਿ ਸ਼ਕਤੀਸ਼ਾਲੀ ਹੈ, ਕਿਉਂਕਿ ਇਹ ਜਿਹੜੀ ਮਾਇਆ ਹੈ ਹਰ ਕਿਸੇ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ। ਮਾਇਆ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਿਹੜੀ ਅਕਾਲ ਪੁਰਖ ਪਰਮੇਸ਼ਰ ਤੋਂ ਦੂਰ ਕਰ ਦੇਵੇ। ਹਰ ਉਹ ਚੀਜ਼ ਮਾਇਆ ਹੈ ਜਿਹੜੀ ਉਸ ਪਰਮੇਸ਼ਰ ਤੋਂ ਦੂਰ ਕਰਦੀ ਹੋਵੇ। ਜਿੱਥੇ ਇਸਤਰੀ ਹੈ, ਜਿੱਥੇ ਮਾਂ ਹੈ, ਜਿੱਥੇ ਪਰਿਵਾਰ ਹੈ, ਜਿਹੜਾ ਮਾਤਾ ਪਿਤਾ ਹੈ, ਇਸਤਰੀ ਹੈ, ਜੇਕਰ ਉਹ ਉਸ ਪਰਮੇਸ਼ਰ ਤੋਂ ਦੂਰ ਨਹੀਂ ਕਰਦੇ ਹਨ, ਪਰਮੇਸ਼ਰ ਦੇ ਨਾਮ ਜਪਣ ਵਿੱਚ ਸਹਾਇਤਾ ਕਰਦੇ ਹਨ। ਮੰਨ ਲਵੋ ਕੋਈ ਮਨੁੱਖ ਹੈ, ਉਹਦਾ ਪਰਿਵਾਰ ਹੈ, ਇਸਤਰੀ ਹੈ, ਪੁੱਤਰ ਹੈ, ਸਾਰਾ ਪਰਿਵਾਰ ਹੈ ਜਿਹੜਾ ਅੰਮ੍ਰਿਤਧਾਰੀ ਹੋਵੇ, ਅੰਮ੍ਰਿਤ ਵੇਲੇ ਉੱਠ ਕਰਕੇ ਇੱਕ ਦੂਜੇ ਦੇ ਸਹਾਇਕ ਹੋਣ, ਇੱਕ ਦੂਜੇ ਨੂੰ ਉਠਾਉਣ ਅੰਮ੍ਰਿਤ ਵੇਲੇ, ਤੇ ਸਾਰੇ ਮਿਲ ਕਰਕੇ ਨਿਤਨੇਮ ਕਰਨ, ਉਦਮ ਕਰਨ, ਉਸ ਪਰਮੇਸ਼ਰ ਦੇ ਸਿਮਰਨ ਵਿੱਚ ਜੁੜਨ। ਇਹ ਸਾਧ ਸੰਗਤ ਜੀ ਮਾਇਆ ਨਹੀਂ ਹੈ। ਫਿਰ ਉੱਥੇ ਇਹ ਪਰਿਵਾਰ ਹੈ ਜਿਹੜਾ ਮਾਇਆ ਨਹੀਂ ਅਖਵਾ ਸਕਦਾ। ਪੁੱਤਰ ਇਸਤਰੀ ਮਾਇਆ ਨਹੀਂ ਅਖਵਾ ਸਕਦੇ। ਹਾਂ, ਉੱਥੇ ਮਾਇਆ ਜ਼ਰੂਰ ਅਖਵਾ ਸਕਦੇ ਹਨ ਜਿੱਥੇ ਪਤਨੀ ਦੇ ਪ੍ਰੇਮ ਵਿੱਚ ਪੈ ਕਰਕੇ, ਬੱਚਿਆਂ ਦੇ ਮੋਹ ਵਿੱਚ ਪੈ ਕਰਕੇ ਉਸ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੋਵੇ।
ਉਸ ਅਕਾਲ ਪੁਰਖ ਪਰਮਾਤਮਾ ਨੂੰ ਵਿਸਾਰ ਦਿੱਤਾ ਹੋਵੇ, ਆਪਣੇ ਮੂਲ ਤੋਂ ਟੁੱਟ ਗਿਆ ਹੋਵੇ, ਨਿਤਨੇਮ ਤੋਂ ਟੁੱਟ ਗਿਆ ਹੋਵੇ, ਅੰਮ੍ਰਿਤ ਵੇਲੇ ਨੂੰ ਛੱਡ ਦਿੱਤਾ ਹੋਵੇ, ਹਾਂ ਉੱਥੇ ਫਿਰ ਇਸਤਰੀ ਹੈ ਜਿਹੜੀ ਮਾਇਆ ਅਖਵਾ ਸਕਦੀ ਹੈ। ਪੁੱਤਰਾਂ ਦਾ ਮੋਹ, ਧੀ ਦਾ ਮੋਹ, ਪਰਿਵਾਰ ਦਾ ਮੋਹ ਉੱਥੇ ਮਾਇਆ ਅਖਵਾ ਸਕਦਾ ਹੈ। ਜੋ ਪਰਮੇਸ਼ਰ ਤੋਂ ਦੂਰ ਕਰਦਾ ਹੈ ਉਹ ਹਰ ਚੀਜ਼ ਮਾਇਆ ਹੈ। ਸਾਧ ਸੰਗਤ ਜੀ, ਇਸ ਪਾਵਨ ਸ਼ਬਦ ਰਾਹੀਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹੀ ਸਮਝਾ ਰਹੇ ਹਨ ਕਿ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਉਸ ਪਰਮੇਸ਼ਰ ਨੂੰ ਵਿਸਾਰ ਦਿੱਤਾ। ਤੇ ਇਹ ਜਿਹੜੇ ਸੰਸਾਰ ਦੇ ਮਾਇਕ ਪਦਾਰਥ ਹਨ, ਇਹਨਾਂ ਵਿੱਚ ਹੀ ਉਲਝ ਕਰਕੇ ਜਿਹੜਾ ਜਗਿਆਸੂ ਹੈ ਉਹ ਰਹਿ ਜਾਂਦਾ ਹੈ ਤੇ ਇਸ ਮਾਇਆ ਵਿੱਚ ਗਲਤਾਨ ਹੋ ਕਰਕੇ ਇਸ ਸੰਸਾਰ ਤੇ ਜਿਹੜਾ ਆਵਾ ਗਾਉਣ ਦਾ ਚੱਕਰ ਹੈ ਉਹ ਚੱਲਦਾ ਹੀ ਰਹਿੰਦਾ ਹੈ ਤੇ ਫਿਰ ਕਦੇ ਮੁਕਤ ਨਹੀਂ ਹੁੰਦਾ। ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸੀ ਓ। ਪਾਤਸ਼ਾਹ ਜੀ ਸਮਝਾ ਰਹੇ ਹਨ, ਪੁੱਤਰ ਕਲਤਰ ਨਾ ਸੰਗ ਧਨਾ। ਪੁੱਤਰ ਕਲਤਰ ਦਾ ਭਾਵ ਹੈ ਇੱਥੇ ਇਸਤਰੀ, ਕਿ ਇਹ ਜਿਹੜੇ ਤੇਰੇ ਪੁੱਤਰ ਹਨ, ਜਿਹੜੀ ਤੇਰੀ ਇਸਤਰੀ ਹੈ, ਇਹ ਤੇਰੇ ਅੰਤ ਸਮੇਂ ਕਿਸੇ ਕੰਮ ਨਹੀਂ ਆਉਣ ਵਾਲੀ। ਜੇਕਰ ਅੰਤ ਸਮੇਂ ਕੰਮ ਆਉਣ ਵਾਲਾ ਕੋਈ ਹੈ ਤੇ ਉਹ ਹੈ ਸਿਰਫ ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ। ਜਿੱਥੇ ਤੇਰੇ ਇਹ ਪੁੱਤਰ ਹਨ, ਜਿਹੜੇ ਤੇਰੀ ਇਸਤਰੀ ਹੈ, ਜਿਹੜੀ ਤੇਰਾ ਪਰਿਵਾਰ ਹੈ, ਉਹ ਕੰਮ ਨਹੀਂ ਆ ਸਕਦਾ। ਅੰਤ ਸਮੇਂ ਇਹਨਾਂ ਨੇ ਤੈਨੂੰ ਇੱਥੇ ਹੀ ਛੱਡ ਦੇਣਾ ਹੈ। ਕੱਲਿਆਂ ਹੀ ਤੈਨੂੰ ਇੱਥੇ ਜਿਹੜਾ ਦਰਗਾਹ ਵਿੱਚ ਜਾ ਕਰਕੇ, ਉੱਥੇ ਜਾ ਕਰਕੇ ਦਰਗਾਹ ਦੇ ਵਿੱਚ ਸ਼ਾਮਿਲ ਹੋਣਾ ਪੈਣਾ ਹੈ ਤੇ ਤੈਨੂੰ ਇਕੱਲੇ ਨੂੰ ਲੇਖਾ ਦੇਣਾ ਪੈਣਾ ਹੈ। ਕੋਈ ਤੇਰਾ ਸਾਥ ਦੇਣ ਵਾਲਾ ਨਹੀਂ ਹੋਏਗਾ। ਉੱਥੇ ਸਿਰਫ ਤੇ ਸਿਰਫ ਤੇਰਾ ਪਰਮੇਸ਼ਰ ਸਹਾਈ ਹੋਏਗਾ। ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਹਾਈ ਹੋਣ ਵਾਲਾ ਹੈ। ਉੱਥੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸੀ ਉਹ। ਸਿਰਫ ਤੇ ਸਿਰਫ ਉਹ ਪਰਮੇਸ਼ਰ ਹੀ ਪਰਲੋਕ ਦੇ ਵਿੱਚ ਤੇਰੀ ਸਹਾਇਤਾ ਕਰਨ ਵਾਲਾ ਹੈ। ਜਿੱਥੇ ਪੁੱਤਰ ਕਲਤਰ ਨਾ ਬੇਲੀ ਕੋਈ, ਤਿੱਥੈ ਹਰ ਆਪ ਛੁਡਾਇਆ। ਮੇਰੇ ਮਨ ਹਰ ਉਪਰ ਕੀਜੈ ਪਰਵਾਸਾ, ਤਿਸ ਦਾ ਪਰਵਾਸਾ ਕਿਉ ਕੀਜੈ ਮਨ ਮੇਰੇ, ਜੋ ਅੰਤੀ ਅਵਸਰ ਰੱਖ ਨਾ ਸਕਾਸਾ। ਜਿਹੜਾ ਅੰਤ ਸਮੇਂ ਤੈਨੂੰ ਰੱਖ ਹੀ ਨਾ ਸਕਿਆ, ਜਿਹੜਾ ਤੇਰਾ ਪਰਿਵਾਰ ਸੀ, ਜਿਹੜੇ ਤੇਰੇ ਪੁੱਤਰ ਧੀਆਂ ਇਸਤਰੀ ਸੀ, ਜਿਹੜੇ ਤੈਨੂੰ ਅੰਤ ਸਮੇਂ ਛਡਾ ਹੀ ਨਾ ਸਕੇ, ਫਿਰ ਤੂੰ ਸਾਰੀ ਉਮਰ ਉਹਨਾਂ ਦਾ ਕੀ ਪਰਵਾਸਾ ਕੀਤਾ, ਕੀ ਉਹਨਾਂ ਤੇ ਵਿਸ਼ਵਾਸ ਕੀਤਾ ਤੂੰ, ਤੇ ਜਿਹਦੇ ਤੇ ਕਰਨਾ ਸੀ ਵਿਸ਼ਵਾਸ ਉਸ ਅਕਾਲ ਪੁਰਖ ਪਰਮੇਸ਼ਰ ਤੇ, ਉਸ ਤੋਂ ਤੂੰ ਦੂਰ ਰਿਹਾ ਹੈ। ਪਲਚ ਪਲਚ ਸਗਲੀ ਹੋਈ, ਝੂਠੈ ਧੰਦਾ ਮੋਹ। ਇਹ ਸਾਰੀ ਸ੍ਰਿਸ਼ਟੀ ਮੋਹ ਅਧੀਨ ਹੋ ਕੇ ਝੂਠੇ ਸੰਬੰਧੀਆਂ ਵਿੱਚ, ਝੂਠੇ ਧੰਦਿਆਂ ਤੇ ਪਦਾਰਥਾਂ ਵਿੱਚ ਹੀ ਹੱਸ ਹੱਸ ਕੇ, ਖੱਪ ਖੱਪ ਕੇ, ਹੰਬ ਹੰਬ ਕੇ ਜਿਹੜੀ ਹੈ ਮੁੱਕਦੀ ਜਾ ਰਹੀ ਹੈ, ਖਤਮ ਹੁੰਦੀ ਜਾ ਰਹੀ ਹੈ। ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਏ। ਇੱਕ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਜੋ ਕਰਮ ਕੀਤੇ ਹਨ ਉਹ ਸਾਰੇ ਅੱਗੇ ਪਰਲੋਕ ਵਿੱਚ ਤੈਨੂੰ ਉਹਨਾਂ ਦਾ ਜਿਹੜਾ ਹੈ ਹਿਸਾਬ ਕਿਤਾਬ ਆਪਣੇ ਕਰਮਾਂ ਅਨੁਸਾਰ ਦੇਣਾ ਪੈਣਾ ਹੈ। ਇੱਕ ਹਰ ਕੇ ਨਾਮ ਬਿਨ ਅੱਗੇ ਲਈਐ ਖੋਏ। ਸਭ ਕੁਝ ਤੇਰੇ ਤੋਂ ਖੋ ਲੈਣਗੇ, ਸਿਰਫ ਤੇਰੇ ਕੋਲ ਜੇਕਰ ਨਾਮ ਹੈ ਉਸ ਪਰਮੇਸ਼ਰ ਦਾ, ਉਹੀ ਤੇਰੇ ਕੋਲ ਰਹੇਗਾ। ਹੋਰ ਸਭ ਕੁਝ ਤੇਰੇ ਤੋਂ ਖੋ ਲਿਆ ਜਾਵੇਗਾ। ਹਰ ਚੀਜ਼ ਦਾ ਹਿਸਾਬ ਹੋਵੇਗਾ। ਚੰਗੇ ਮੰਦੇ ਤੇਰੇ ਉੱਥੇ ਕਰਮ ਵਾਚੇ ਜਾਣਗੇ। ਜੇਕਰ ਤੂੰ ਉਸ ਪਰਮੇਸ਼ਰ ਦਾ ਨਾਮ ਜਪਿਆ ਹੈ, ਤੇਰੇ ਕੋਲੇ ਉਸ ਪਰਮੇਸ਼ਰ ਦੇ ਨਾਮ ਦੀ ਪੂੰਜੀ ਹੈ, ਧਨ ਦੌਲਤ ਹੈ ਉਸ ਨਾਮ ਦੀ, ਫਿਰ ਤੈਨੂੰ ਕੋਈ ਛੂ ਵੀ ਨਹੀਂ ਸਕੇਗਾ। ਫਿਰ ਤੈਨੂੰ ਜਿਹੜਾ ਹੈ ਕੋਈ ਹੱਥ ਵੀ ਨਹੀਂ ਲਾ ਸਕੇਗਾ। ਜਮ ਤੈਨੂੰ ਸਜ਼ਾ ਨਹੀਂ ਦੇ ਸਕਣਗੇ। ਪਾਤਸ਼ਾਹ ਜੀ ਸੁਖਮਨੀ ਸਾਹਿਬ ਵਿੱਚ ਫਰਮਾਨ ਕਰਦੇ ਹਨ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਜਦੋਂ ਤੈਨੂੰ ਭਾਰੀ ਮੁਸ਼ਕਲ ਬਣੇਗੀ, ਉਥੇ ਸਿਰਫ ਤੇ ਸਿਰਫ ਉਸ ਪਰਮੇਸ਼ਰ ਦਾ ਜਿਹੜਾ ਨਾਮ ਸਹਾਈ ਹੋਏਗਾ। ਇਸੇ ਕਰਕੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਉਸ ਪਰਮੇਸ਼ਰ ਦੇ ਮਾਰਗ ਵੱਲ ਜਿਹੜਾ ਰਸਤਾ ਹੈ, ਪੰਥ ਹੈ, ਜਿਹੜਾ ਉਸ ਪਰਮੇਸ਼ਰ ਵੱਲ ਲੈ ਜਾਣ ਵਾਲਾ ਹੋਵੇ, ਉਸ ਪੰਥ ਵੱਲ, ਉਸ ਮਾਰਗ ਵੱਲ ਚੱਲਣਾ ਕਰ। ਦਇਓ ਵਿਸਾਰ ਵਿਗੁਚਣਾ,
ਪ੍ਰਭ ਬਿਨ ਅਵਰ ਨ ਕੋਏ। ਜਿਨ੍ਹਾਂ ਨੇ ਉਸ ਪ੍ਰੇਰਕ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ, ਆਪਣੇ ਹਿਰਦੇ ਵਿੱਚੋਂ ਭੁਲਾਉਣਾ ਕੀਤਾ ਹੈ, ਉਹਨਾਂ ਨੂੰ ਲੋਕ ਤੇ ਪਰਲੋਕ ਵਿੱਚ ਖਰਾਬ ਹੋਣਾ ਪਿਆ ਹੈ। ਖੁਆਰੀ ਹੋਈ ਹੈ ਉਹਨਾਂ ਦੀ, ਉਹਨਾਂ ਨੂੰ ਸਜ਼ਾਵਾਂ ਮਿਲੀਆਂ ਹਨ, ਦੁੱਖ ਸਹਿਣੇ ਪਏ ਹਨ ਉਹਨਾਂ ਨੂੰ ਇਸ ਸੰਸਾਰ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਵੀ। ਇਸ ਲੋਕ ਵਿੱਚ ਵੀ ਉਹਨਾਂ ਨੇ ਨਰਕ ਹੀ ਭੋਗਿਆ ਹੈ ਤੇ ਅੱਗੇ ਜਦੋਂ ਜਾਂਦੇ ਹਨ ਜਮਾਂ ਦੀ ਮਾਰ ਸਹਿੰਦੇ ਹਨ, ਉੱਥੇ ਵੀ ਫਿਰ ਨਰਕ ਹੀ ਭੋਗਦੇ ਹਨ। ਖੁਆਰੀ ਹੁੰਦੀ ਹੈ। ਤੇ ਜੇਕਰ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੁੰਦਾ, ਉਸ ਮਾਇਆ ਤੋਂ ਦੂਰ ਰਹਿ ਕਰਕੇ ਆਪਣੇ ਹਿਰਦੇ ਵਿੱਚ ਉਸ ਨਾਮ ਦਾ ਬੀਜ ਬੋਇਆ ਹੁੰਦਾ, ਤੇ ਅੱਜ ਬ੍ਰਿਸ਼ ਹੈ ਜਿਹੜਾ, ਦਰਖਤ ਸੀ ਜਿਹੜਾ, ਉਹ ਨਾਮ ਦੀਆਂ ਫੁੱਲਾਂ, ਨਾਮ ਦੇ ਫੁੱਲ ਕੱਢਦਾ, ਨਾਮ ਦੇ ਪੱਤੇ ਕੱਢਦਾ। ਉਸ ਤੋਂ ਜਿਹੜਾ ਰਸ ਆਉਂਦਾ ਉਹ ਵੀ ਫਿਰ ਨਾਮ ਦਾ ਹੀ ਆਉਂਦਾ। ਪਰ ਜੀਵ ਸੀ ਜਿਹੜਾ, ਉਹਨੇ ਉਸ ਪਰਮੇਸ਼ਰ ਨੂੰ ਭੁਲਾ ਦਿੱਤਾ ਤੇ ਫਿਰ ਭੁਲਾਉਣ ਤੋਂ ਬਾਅਦ ਉਹਨੂੰ ਜਮਾਂ ਦੀ ਮਾਰ ਸਹਿਣੀ ਪਈ ਹੈ। ਪ੍ਰੀਤਮ ਚਰਣੀ ਜੋ ਲੱਗੈ ਤਿਨ ਕੀ ਨਿਰਮਲ ਸੋਏ। ਸਾਧ ਸੰਗਤ ਜੀ, ਪਿਛਲੀ ਪੰਕਤੀ ਵਿੱਚ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਦੱਸ ਰਹੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਉਹਨਾਂ ਦਾ ਕੀ ਹਾਲ ਹੋਇਆ ਹੈ, ਤੇ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਕਰਕੇ ਆਪਣੇ ਮਸਤਕ ਨੂੰ ਲਾਇਆ ਹੈ, ਉਸ ਪਰਮੇਸ਼ਰ ਦੇ ਚਰਨਾਂ ਦੀ ਧੂੜ ਨੂੰ ਆਪਣੇ ਨੇਤਰਾਂ ਤੇ ਲਾਇਆ, ਆਪਣੇ ਮਸਤਕ ਤੇ ਲਾਇਆ ਹੈ, ਉਹਨਾਂ ਦਾ ਕੀ ਹੋਇਆ ਹੈ ਇਹ ਆਪ ਜੀ ਸ਼ਰਵਣ ਕਰੋ। ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਪਾਤਸ਼ਾਹ ਜੀ ਕਹਿ ਰਹੇ ਹਨ, ਜੋ ਜੀਵ ਆਪਣੇ ਪਿਆਰੇ ਵਾਹਿਗੁਰੂ ਦੇ ਚਰਨੀ ਲੱਗੇ ਹਨ, ਉਹਨਾਂ ਦੀ ਬਹੁਤ ਹੀ ਉਜਲ ਸੋਭਾ ਹੋਈ। ਸਾਰੇ ਸੰਸਾਰ ਵਿੱਚ ਉਹਨਾਂ ਦੀ ਸੋਭਾ ਹੋਈ ਹੈ। ਇਸ ਲੋਕ ਵਿੱਚ ਵੀ ਲੋਕ ਉਹਨਾਂ ਦੀ ਸੋਭਾ ਕਰਦੇ ਹਨ ਤੇ ਪਰਲੋਕ ਵਿੱਚ ਵੀ ਉਹਨਾਂ ਦੀ ਸੋਭਾ ਹੋਈ ਹੈ। ਕਿਉਂ ਹੋਈ ਹੈ? ਕਿਉਂਕਿ ਉਹਨਾਂ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ, ਉਸ ਪਰਮੇਸ਼ਰ ਦੇ ਚਰਨਾਂ ਨੂੰ ਜਿਹੜਾ ਪਰਸਣਾ ਕੀਤਾ ਹੈ, ਉਸ ਪਰਮੇਸ਼ਰ ਦੇ ਚਰਨਾਂ ਦੀ ਧੂੜ ਹੈ ਜਿਹੜੀ ਆਪਣੇ ਮਸਤਕ ਤੇ ਲਾਈ ਹੈ। ਤੇ ਉਹਨਾਂ ਦੀ ਸੋਭਾ, ਉਹਨਾਂ ਸੰਤ ਜਨਾਂ ਦੀ, ਉਹਨਾਂ ਗੁਰਮੁਖ ਜਨਾਂ ਦੀ, ਉਹਨਾਂ ਭਗਤ ਜਨਾਂ ਦੀ, ਉਹਨਾਂ ਜੀਵਾਂ ਦੀ ਜਿਹੜੀ ਸੋਭਾ ਹੈ ਸਾਰੇ ਸੰਸਾਰ ਅੰਦਰ ਫੈਲ ਰਹੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਆਖਿਰਲੀਆਂ ਪੰਕਤੀਆਂ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੇਨਤੀ ਕਰਦੇ ਹਨ, ਸਤਿਗੁਰੂ ਜੀ ਫਰਮਾਨ ਕਰ ਰਹੇ ਹਨ ਕਿ ਹੇ ਜੀਵ, ਸਮਰੱਥ ਪ੍ਰਭੂ ਅੱਗੇ ਜਿਹੜਾ ਹੈ ਇਸ ਤਰ੍ਹਾਂ ਬੇਨਤੀ ਕਰਿਆ ਕਰ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਕਿ ਇਸ ਤਰ੍ਹਾਂ ਬੇਨਤੀ ਕਰ ਕਿ ਹੇ ਪ੍ਰਭੂ, ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰਾ ਦਾਸ ਹਾਂ। ਇਹ ਮੇਰੀ ਬੇਨਤੀ ਹੈ ਜਿਹੜੀ ਪ੍ਰਵਾਨ ਕਰਨਾ ਕਰੋ। ਜਿਸ ਤਰ੍ਹਾਂ ਆਪ ਨੇ ਸੰਤ ਭਗਤਾਂ ਨੂੰ ਜਿਹੜਾ ਹੈ ਨਾਮ ਦਿੱਤਾ ਹੈ, ਉਸੇ ਤਰ੍ਹਾਂ ਮੈਨੂੰ ਵੀ ਜਿਹੜਾ ਹੈ ਸੰਤ ਭਗਤਾਂ ਦੇ ਚਰਨਾਂ ਦੀ ਧੂੜ ਦੇ ਦੇਵੋ। ਉਸ ਪਰਮੇਸ਼ਰ ਦੇ ਚਰਨਾਂ ਦੀ ਧੂੜ ਦੇ ਦੇਣਾ ਕਰੋ। ਮੈਨੂੰ ਵੀ ਜਿਹੜਾ ਹੈ ਆਪਣੇ ਨਾਮ ਦੀ ਦਾਤ ਹੈ ਜਿਹੜੀ ਦੇ ਦੇਣਾ ਕਰੋ। ਮੈਨੂੰ ਵੀ ਉਹਨਾਂ ਸੰਤਾਂ ਭਗਤਾਂ ਦੀ ਸੰਗਤ ਹੈ ਜਿਹੜੀ ਬਖਸ਼ ਦੇਵੋ, ਤਾਂ ਜੋ ਮੈਂ ਵੀ ਉਹਨਾਂ ਦੀ ਸੰਗਤ ਵਿੱਚ ਜਾ ਕਰਕੇ ਆਪ ਜੀ ਦੇ ਨਾਮ ਨਾਲ ਜੁੜ ਸਕਾਂ, ਆਪ ਜੀ ਦਾ ਨਾਮ ਹੈ ਜਿਹੜਾ ਜਪ ਸਕਾਂ ਤੇ ਇਸ ਭਉਜਲ ਸੰਸਾਰ ਤੋਂ ਪਾਰ ਹੋ ਸਕਾਂ। ਵੈਸਾਖ ਸੁਹਾਵਾ ਤਾ ਲੱਗੈ ਜਾ ਸੰਤ ਭੇਟੈ ਹਰ ਸੋਏ। ਆਖਿਰਲੀ ਪੰਕਤੀ ਵਿੱਚ ਇਸ ਵੈਸਾਖ ਦੇ ਮਹੀਨੇ ਦਾ ਉਪਦੇਸ਼ ਹੈ ਜਿਹੜਾ ਪਾਤਸ਼ਾਹ ਜੀ ਉਸ ਪਾਵਨ ਉਪਦੇਸ਼ ਰਾਹੀਂ ਸਮਝਾ ਰਹੇ ਹਨ, ਇਸ ਪਾਵਨ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਜਿਹੜਾ ਪਰਮੇਸ਼ਰ ਹੈ ਉਹਦਾ ਨਾਮ ਕਿੰਨਾ ਮਹਾਨ ਹੈ ਤੇ ਉਸ ਨਾਮ ਤੋਂ ਦੂਰ ਹੋ ਕਰਕੇ ਕਿੰਨੇ ਖੁਆਰ ਹੋਈਦਾ ਹੈ, ਤੇ ਜੇਕਰ ਉਸ ਨਾਮ ਨੂੰ ਪ੍ਰਾਪਤ ਕਰ ਲਿਆ ਜਾਵੇ ਤੇ ਕਿੰਨੀ ਸੋਭਾ ਪਾਈਦੀ ਹੈ। ਇਸ ਪਾਵਨ ਸ਼ਬਦ ਰਾਹੀਂ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਵੈਸਾਖ ਦਾ ਮਹੀਨਾ ਤਾਂ ਉਸ ਲਈ ਸੁਹਾਵਾ ਬਣ ਜਾਂਦਾ ਹੈ, ਉਸ ਲਈ ਸੋਭਣੀਕ ਬਣ ਜਾਂਦਾ ਹੈ, ਉਸ ਜੀਵ ਲਈ ਸੋਭਣੀਕ ਬਣ ਜਾਂਦਾ ਹੈ ਜੋ ਉਸ ਪਰਮੇਸ਼ਰ ਦੇ ਪ੍ਰੇਮ ਵਾਲੇ ਜਿਹੜੇ ਸੰਤ ਮਹਾਂਪੁਰਸ਼ ਹਨ, ਗੁਰਮੁਖ ਜਨ ਹਨ, ਭਗਤ ਜਨ ਹਨ, ਉਹਨਾਂ ਦੀ ਸੰਗਤ ਹੈ ਜਿਹੜੀ ਪ੍ਰਾਪਤ ਕਰ ਲਵੇ।
ਉਹਨਾਂ ਦੀ ਸੰਗਤ ਉਸ ਨੂੰ ਪ੍ਰਾਪਤ ਹੋ ਜਾਵੇ। ਸੰਤ ਭਗਤਾਂ ਦੀ ਸੰਗਤ ਵਿੱਚ ਜਾ ਕਰਕੇ ਉਸ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵੇ। ਸਭ ਤੋਂ ਜਿਹੜੇ ਉੱਤਮ ਉਹ ਜੀਵ ਹਨ ਇਸ ਵੈਸਾਖ ਦੇ ਮਹੀਨੇ ਵਿੱਚ ਮੰਨੇ ਜਾਂਦੇ ਹਨ। ਵੈਸਾਖ ਦਾ ਮਹੀਨਾ ਠੀਕ ਹੈ ਗਰਮੀ ਵਾਲਾ ਹੁੰਦਾ ਹੈ, ਤਪਸ਼ ਵਾਲਾ ਹੁੰਦਾ ਹੈ, ਪਰ ਜਿਹੜਾ ਨਾਮ ਹੈ ਉਹ ਠੰਡਕ ਦੇਣ ਵਾਲਾ ਬਣ ਜਾਂਦਾ ਹੈ। ਜੇਕਰ ਉਹ ਜੀਵ ਹਨ ਜਿਹੜੇ ਸੰਤ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕਰਕੇ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਲੈਣਾ ਕਰਨ, ਤੇ ਇਹ ਜਿਹੜਾ ਤਪਸ਼ ਵਾਲਾ ਜਿਹੜਾ ਮਹੀਨਾ ਹੈ ਫਿਰ ਠੰਡਕ ਦੇਣ ਵਾਲਾ ਮਹੀਨਾ ਬਣ ਜਾਂਦਾ ਹੈ। ਫਿਰ ਇਹ ਜਿਹੜਾ ਵੈਸਾਖ ਦਾ ਮਹੀਨਾ ਹੈ ਫਿਰ ਉਹਨਾਂ ਲਈ ਸੋਭਨੀਕ ਬਣ ਜਾਂਦਾ ਹੈ। ਫਿਰ ਵੈਸਾਖ ਦੇ ਮਹੀਨੇ ਵਿੱਚ ਉਹ ਪਰਮੇਸ਼ਰ ਹੈ ਜਿਹੜਾ ਵਿਸਰਦਾ ਨਹੀਂ, ਹਰ ਸਮੇਂ ਉਹ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹੀ ਜਾਂਦੇ। ਇਸੇ ਪਾਵਨ ਉਪਦੇਸ਼ ਰਾਹੀਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮਝਾ ਰਹੇ ਹਨ ਕਿ ਉਸ ਪਰਮੇਸ਼ਰ ਦੇ ਨਾਮ ਨੂੰ ਕਦੇ ਵੀ ਮਨੋਂ ਨਹੀਂ ਵਿਸਾਰਨਾ ਚਾਹੀਦਾ। ਸੋ ਅਸੀਂ ਵੀ ਸਾਰੇ ਉਸ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਅੱਗੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਬੇਨਤੀ ਕਰੀਏ, ਅਰਦਾਸ ਕਰੀਏ ਕਿ ਇਹ ਅਕਾਲ ਪੁਰਖ ਪਰਮਾਤਮਾ ਸਾਨੂੰ ਵੀ ਜਿਹੇ ਸੰਤ ਮਹਾਂਪੁਰਸ਼ਾਂ ਦੀ ਅਜਿਹੇ ਗੁਰਮੁਖ ਜਨਾਂ ਦੀ ਜਿਹੜੀ ਹੈ ਸੰਗਤ ਬਖਸ਼ਣਾ ਕਰੋ, ਤਾਂ ਜੋ ਅਸੀਂ ਵੀ ਆਪ ਜੀ ਦੇ ਨਾਮ ਨਾਲ ਜੁੜ ਸਕੀਏ। ਸਾਨੂੰ ਵੀ ਜਿਹੜਾ ਹੈ ਤੁਹਾਡੇ ਨਾਮ ਦੀ ਦਾਤ ਪ੍ਰਾਪਤ ਹੋਵੇ। ਅਸੀਂ ਵੀ ਉਸ ਨਾਮ ਨੂੰ ਜਿਹੜਾ ਆਪਣੇ ਹਿਰਦੇ ਵਿੱਚ ਵਸਾ ਕਰਕੇ ਠੰਡਕ ਮਹਿਸੂਸ ਕਰੀਏ, ਤੇ ਇਸ ਲੋਕ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਵੀ ਸੋਭਾ ਪ੍ਰਾਪਤ ਕਰੀਏ। ਸਾਡੇ ਵੀ ਮੁਖ ਹਨ ਜਿਹੜੇ ਉਜਲੇ ਹੋ ਜਾਣ, ਸਾਡਾ ਵੀ ਜਿਹੜਾ ਬੇੜਾ ਹੈ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ। ਗੁਰੂ ਸਾਹਿਬ ਜੀ ਅਤੇ ਸਾਧ ਸੰਗਤ ਜੀ ਬਖਸ਼ਣ ਯੋਗ ਹਨ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਮੇਰਾ ਭਰਿਆ ਹੱਥ ਰੱਖਣਾ। ਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਦਾਸ ਤੋਂ ਸੇਵਾ ਲੈਂਦੇ ਰਹਿਣ। ਸੋ ਆਖਰੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।